हर माँ बाप का यही सुपना होता है कि उसके बच्चे पढ़ लिख कर कामयाब बनन, पर यह सुपना अजकल पूरा करना आसान नहीं है। सिक्ख्या का व्यापारीकरण अजकल इन्ना वध चुका है कि माँ बाप को बच्चों को पढ़ाने वेले भी सोचना पैंदा है, तो उसके बाद वो बनते हैं एक साजिश का शिकार। बचपन साडी जिंदगी का ਉਹ ਹਿੱਸਾ ਹੁੰਦਾ ਹੈ ਜਿਸ ਦਾ ਮੁੱਢ ਜੇਕਰ ਚੰਗਾ ਹੋਵੇ ਤਾਂ ਪੂਰੀ ਜ਼ਿੰਦਗੀ ਚੰਗੀ ਹੋ ਜਾਂਦੀ ਹੈ। ਇਹੀ ਸੋਚ ਰੱਖ ਕੇ ਕਈ ਮਾਪੇ ਆਪਣੇ ਬੱਚਿਆਂ ਨੂੰ ਨਾਮੀ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਦਿਵਾਉਣਾ ਚਾਹੁੰਦੇ ਨੇ। ਪਰ ਅੱਜ ਹਾਲਾਤ ਇਹ ਹੋ ਚੁੱਕੇ ਹਨ ਕਿ ਇੱਕ ਛੋਟੇ ਜਿਹੇ ਬੱਚੇ ਨੂੰ ਨਰਸਰੀ ਵਿੱਚ ਦਾਖਲਾ ਦਿਵਾਉਣ ਲਈ ਤੁਹਾਨੂੰ ਇੱਕ ਚੰਗੀ ਖਾਸੀ ਜੰਗ ਲੜਨੀ ਪੈਂਦੀ ਹੈ। ਇਹ ਜੰਗ ਹੁੰਦੀ ਹੈ ਪਹਿਲਾਂ ਚੰਗੇ ਸਕੂਲ ਵਿੱਚ ਦਾਖਲਾ ਲੈਣ ਦੀ, ਤੇ ਜੇਕਰ ਦਾਖਲਾ ਹੋ ਜਾਏ ਤੇ ਇੰਨੀ ਛੋਟੀ ਕਲਾਸ ਦੇ ਬੱਚੇ ਦੀ ਐਡਮਿਸ਼ਨ ਫੀਸ ਤੇ ਬਾਕੀ ਖਰਚੇ ਇੰਨੇ ਕੁ ਜ਼ਿਆਦਾ ਹੁੰਦੇ ਨੇ ਕਿ ਇਸ ਫੀਸ ਤੇ ਇੱਕ ਮੈਡੀਕਲ ਦੇ ਵਿਦਿਆਰਥੀ ਦੀਆਂ ਫੀਸਾਂ ਵਿੱਚ ਕੋਈ ਖਾਸਾ ਅੰਤਰ ਨਹੀਂ ਦਿਖਦਾ। ਆਪਣਾ ਬੱਚਾ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣ ਦਾ ਸੁਪਨਾ ਤਾਂ ਹਰ ਮਾਂ-ਬਾਪ ਦਾ ਹੁੰਦਾ ਹੈ, ਪਰ ਪ੍ਰਾਇਮਰੀ ਕਲਾਸਿਸ ਤੋਂ ਸਿੱਖਿਆ ਦੇ ਹੁੰਦੇ ਇਸ ਵਪਾਰੀਕਰਨ ਵਿੱਚ ਕਈ ਮਾਂ-ਬਾਪ ਤੇ ਬੱਚਿਆਂ ਦੇ ਸੁਪਨੇ ਅੱਧ ਵਿਚਕਾਰ ਹੀ ਦਮ ਤੋੜਨ ਲੱਗਦੇ ਨੇ। ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਸਕੂਲਜ਼ ਵਿੱਚ ਐਡਮਿਸ਼ਨਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ, ਪਰ ਨਾਲ ਹੀ ਸ਼ੁਰੂ ਹੁੰਦਾ ਹੈ ਪਰੇਸ਼ਾਨੀਆਂ ਦਾ ਦੌਰ ਵੀ। ਚੰਗੇ ਸਕੂਲਾਂ ਵਿੱਚ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਵਾਉਣਾ ਹਰ ਮਾਂ-ਬਾਪ ਦੀ ਪ੍ਰਾਥਮਿਕਤਾ ਹੁੰਦੀ ਹੈ, ਇਸ ਲਈ ਉਹ ਸਰਕਾਰੀ ਸਕੂਲਾਂ ਨਾਲੋਂ ਵਧੇਰੇ ਤਰਜੀਹ ਪ੍ਰਾਈਵੇਟ ਸਕੂਲਾਂ ਵਿੱਚ ਐਡਮਿਸ਼ਨ ਨੂੰ ਦਿੰਦੇ ਨੇ। ਪਰ ਅੱਜਕੱਲ੍ਹ ਦੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਪਹਿਲਾਂ ਤਾਂ ਅਜਿਹੇ ਸਕੂਲਾਂ ਵਿੱਚ ਦਾਖਲਾ ਨਹੀਂ ਮਿਲਦਾ। ਮਾਂ-ਬਾਪ ਨੂੰ ਆਪਣੇ ਬੱਚੇ ਨੂੰ ਨਰਸਰੀ ਵਿੱਚ ਦਾਖਲਾ ਦਿਵਾਉਣ ਲਈ ਹੀ ਹਰ ਸਕੂਲ ਦੀ ਜਾਂਚ ਪੜਤਾਲ ਕਰਨ ਦੇ ਨਾਲ ਹੀ 10-10 ਥਾਵਾਂ ਤੇ ਫਾਰਮਸ ਵੀ ਭਰਨੇ ਪੈਂਦੇ ਨੇ। ਉਸ ਮਗਰੋਂ ਕਿਸੇ ਇੱਕ ਸਕੂਲ ਵਿੱਚ ਜੇਕਰ ਦਾਖਲਾ ਮਿਲ ਵੀ ਜਾਵੇ ਤਾਂ ਐਡਮਿਸ਼ਨ ਦੀ ਫੀਸ ਦਾ ਖਰਚਾ ਹੀ ਇੰਨਾ ਹੁੰਦਾ ਹੈ ਕਿ ਉਸ ਨੂੰ ਸਹਿ ਪਾਉਣਾ ਇੱਕ ਮੱਧਮ ਵਰਗੀ ਪਰਿਵਾਰ ਲਈ ਨਾਮੁਮਕਿਨ ਜਿਹਾ ਹੋ ਜਾਂਦਾ ਹੈ। ਚੰਡੀਗੜ੍ਹ ਦਾ ਇਹ ਪਰਿਵਾਰ ਇਸੇ ਪਰੇਸ਼ਾਨੀ ਤੋਂ ਜੂਝ ਰਿਹਾ ਹੈ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਆਪਣੀ ਬੱਚੀ ਨੂੰ ਨਰਸਰੀ ਵਿੱਚ ਦਾਖਲਾ ਦਿਵਾਇਆ ਹੈ। ਪਰ ਇਸ ਇੱਕ ਛੋਟੀ ਬੱਚੀ ਨੂੰ ਪ੍ਰਾਈਵੇਟ ਸਕੂਲ ਵਿੱਚ ਦਾਖਲਾ ਕਰਵਾਉਣ ਵਿੱਚ ਹੀ ਮੰਨੋ ਪਰਿਵਾਰ ਨੂੰ ਦੋਗਣੀ ਮਿਹਨਤ ਕਰਨੀ ਪਈ। ਪਰਿਵਾਰ ਵਿੱਚ ਸਿਰਫ ਬੱਚੀ ਦੇ ਪਿਤਾ ਹੀ ਕਮਾਉਣ ਵਾਲੇ ਨੇ, ਜੋ ਕਿ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰ 22,000 ਰੁਪਏ ਤਨਖਾਹ ਲੈਂਦੇ ਨੇ। ਪਰ ਬੱਚੀ ਦੇ ਦਾਖਲੇ ਲਈ ਇਹਨਾਂ ਨੂੰ ਚੁਕਾਉਣੀ ਪਈ ਕਰੀਬ 35,000 ਰੁਪਏ ਫੀਸ। ਦਰਅਸਲ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਖਰਚੇ ਕੱਢਣ ਤੇ ਘਰ ਚਲਾਉਣ ਲਈ ਮਾਂ-ਬਾਪ ਦੋਹਾਂ ਜਣਿਆਂ ਦਾ ਕੰਮ ਕਰਨਾ ਬੇਹੱਦ ਜ਼ਰੂਰੀ ਬਣ ਜਾਂਦਾ ਹੈ। ਤਾਂ ਇਸ ਪਰਿਵਾਰ ਵਿੱਚ ਸਿਰਫ ਲੜਕੀ ਦੇ ਪਿਤਾ ਹੀ ਕਮਾਉਣ ਵਾਲੇ ਨੇ, ਜਿਸ ਕਾਰਨ ਪ੍ਰਾਈਵੇਟ ਸਕੂਲ ਵਿੱਚ ਇੱਕ ਲੜਕੀ ਦੀ ਐਡਮਿਸ਼ਨ ਹੀ ਇਹਨਾਂ ਨੂੰ ਕਾਫੀ ਮਹਿੰਗੀ ਪਈ ਹੈ, ਜਦਕਿ ਪਰਿਵਾਰ ਵਿੱਚ ਕੁੱਲ 3 ਬੱਚੇ ਨੇ ਤੇ ਉਹਨਾਂ ਦੀ ਐਡਮਿਸ਼ਨ ਦੇ ਖਰਚਿਆਂ ਬਾਰੇ ਇਹ ਪਰਿਵਾਰ ਹੁਣੇ ਤੋਂ ही सोच के परेशान है। आजकल की ये महंगाई में इतनी परेशानी हो रही है जी कि जितना 20,000 मुश्किल से 18-20,000 तनख्वाह मिलती है, जिसके कारण ये समझ लो कि प्राइवेट स्कूलों में 35,000 खर्चा एक बच्चे के एडमिशन में आया है। अब सोचो महीने का खर्चा 3,500 4,000 महीने की फ़ीस लग रही बस का किराया लेकर। कहाँ से बंदा कैसे करे अपने घर का खर्च निकाले अपने घर का कि बच्चों की पढ़ाई किस तरह पढ़ाई जाए। ਚੰਡੀਗੜ੍ਹ ਦੇ ਇਸ ਦੂਸਰੇ ਪਰਿਵਾਰ ਦੀ ਮੁਸ਼ਕਿਲ ਵੀ ਕੁਝ ਅਜਿਹੀ ਹੈ, ਜੋ ਖੁਦ ਪ੍ਰਾਈਵੇਟ ਨੌਕਰੀ ਵਿੱਚ ਨੇ। ਸਰਕਾਰੀ ਸਕੂਲ ਵਿੱਚ ਸਿੱਖਿਆ ਦੇ ਪੱਧਰ ਤੋਂ ਨਾਖੁਸ਼ ਇਹ ਪਰਿਵਾਰ ਵੀ ਆਪਣੇ ਬੱਚੇ ਦੀ ਐਡਮਿਸ਼ਨ ਚੰਗੇ ਪ੍ਰਾਈਵੇਟ ਸਕੂਲ ਵਿੱਚ ਕਰਵਾਉਣਾ ਚਾਹੁੰਦਾ ਸੀ। ਇੱਕ ਤਾਂ ਕਮਾਈ ਨਾਲੋਂ ਵੱਧ ਖਰਚੇ, ਉਸ ਉੱਪਰ ਬੱਚੇ ਦੀ ਹਾਲ ਹੀ ਦੇ ਵਿੱਚ ਲੈਵਲ 1 ਵਿੱਚ ਐਡਮਿਸ਼ਨ ਕਰਵਾਈ ਹੈ ਅਤੇ ਇਸ ਛੋਟੇ ਜਿਹੇ ਬੱਚੇ ਨੂੰ ਦਾਖਲ ਕਰਵਾਉਣ ਲਈ ਇੱਕ ਤਾਂ ਵੱਖ-ਵੱਖ ਸਕੂਲਾਂ ਵਿੱਚ ਪਹਿਲਾਂ ਚੱਕਰ ਕੱਟਣੇ ਪਏ। ਇਸ ਮਗਰੋਂ ਲੈਵਲ 1 ਦੇ ਬੱਚੇ ਦੀ ਐਡਮਿਸ਼ਨ ਪ੍ਰੋਸੈਸ ਵਿੱਚ ਹੀ ਕਰੀਬ 15,000 ਰੁਪਏ ਦਾ ਖਰਚਾ ਹੋ ਗਿਆ। ਸਥਿਤੀ ਇਹ ਹੈ ਕਿ ਬੱਚੇ ਨੂੰ ਪੜਾਉਣ ਜਾਂ ਫਿਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ, ਇਹ ਇਹਨਾਂ ਨੂੰ ਸਮਝ नहीं आ रहा। मिडिल क्लास फैमिली के लिए कोई किसी कॉन्वेंट स्कूल में पढ़ाना बहुत मुश्किल है आजकल। सारी जगह मतलब कि ट्रांसपोर्ट चार्जेस हो गया, बच्चों के फ़ीस होगी, स्कूल बैग यानी स्टेशनरी वगैरह सारा कुछ स्कूल से ही मिलता है और सारा कुछ कॉस्टली मिलता है काफ़ी। कितनी परेशानी लगती है आपको अगर बच्चे के एडमिशन के लिए, मतलब काफ़ी पहले से सोचना पड़ता होगा एक मिडिल क्लास फैमिली के लिए, किस तरह से आप अपने खर्चे को मैनेज? तो काफ़ी पहले से सोचना पड़ता है, 1-2 महीने पहले से हम सब देख रहे हैं, स्कूल देख रहे हैं कौन सा ठीक है कैसा है, पर सभी स्कूलों में लगभग एक ही है रेट है कि सब कुछ है।
ਹਾਲਾਂਕਿ ਚੰਡੀਗੜ੍ਹ ਦੇ ਇਸ ਤੀਜੇ ਪਰਿਵਾਰ ਵਿੱਚ ਪਿਤਾ ਤਾਂ ਚੰਗਾ ਕਮਾਉਂਦੇ ਨਹੀਂ, ਪਰ ਮਾਂ ਹਾਊਸਵਾਈਫ ਹੈ ਅਤੇ ਇੱਥੇ ਵੀ ਨਰਸਰੀ ਦੇ ਬੱਚੇ ਦੀਆਂ ਸਿਰਫ ਕਿਤਾਬਾਂ ਦਾ ਖਰਚਾ ਰਿਹਾ ਹੈ ਕਰੀਬ 1700 ਰੁਪਏ, ਜੋ ਕਿ ਆਪਣੇ ਆਪ ਵਿੱਚ ਹੈਰਾਨ ਕਰ ਦੇਣ वाली ਗੱਲ है। मेरे बेटे ने एडमिशन लिए 2 साल का है, तो उसकी स्कूल की फ़ीस ही मतलब इतनी ज़्यादा है, 35,000 हमने उसका एडमिशन फ़ीस दिया है। उसके अलावा हमने स्कूल यूनिफॉर्म पे उसके अलग से पैसे खर्चे हैं। स्टेशनरी उसकी 1700 की स्टेशनरी आई है, विच इज़ अ बिग अमाउंट एंड विच इज़ टू मच। और एक नर्सरी की क्लास के बच्चे को कितनी पढ़ाई करनी होती है, प्री नर्सरी के बच्चे को, कि जिसको उसको 1700 की बुक्स की रिक्वायरमेंट हो। ਸੋ ਇਹ ਕਿਸੇ ਇੱਕ ਜਾਂ ਦੋ ਪਰਿਵਾਰ ਦੀ ਚਿੰਤਾ ਨਹੀਂ, ਸਗੋਂ ਅਜਿਹੇ ਸੈਂਕੜੇ ਮੱਧਵਰਗੀ ਪਰਿਵਾਰਾਂ ਦੀ ਦਿੱਕਤ ਹੈ ਜੋ ਕਿ ਆਪਣੀ ਇੱਕ ਨਿਸ਼ਚਿਤ ਆਮਦਨ ਵਿੱਚ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਚਾਹੁੰਦੇ ਨੇ। ਪਰ ਅੱਜ-ਕੱਲ੍ਹ ਦੇ ਦੌਰ ਵਿੱਚ ਛੋਟੀ ਜਿਹੀ ਕਲਾਸ ਵਿੱਚ ਬੱਚੇ ਨੂੰ ਪੜਾਉਣਾ ਇੰਨਾ ਮਹਿੰਗਾ ਹੋ ਚੱਲਿਆ ਹੈ ਕਿ ਉਹ ਇੱਕ ਮੱਧਵਰਗੀ ਪਰਿਵਾਰ ਦੀ ਹੋਰਨਾਂ ਸੁਪਨਿਆਂ ਦਾ ਦਮ ਘੋਟਣ ਦਾ ਕੰਮ ਕਰ ਰਿਹਾ ਹੈ। ਅਜਿਹੇ ਵਿੱਚ ਮਾਂ-ਬਾਪ ਕੋਲ ਕੋਈ ਚਾਰਾ ਵੀ ਨਹੀਂ ਹੈ। ਆਪਣੇ ਬੱਚਿਆਂ ਦੇ ਚੰਗੇ ਭਵਿੱਖ ਖਾਤਰ ਉਹਨਾਂ ਵੱਲੋਂ ਮਜਬੂਰਨ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰੇ ਜਾ ਰਹੇ ਨੇ। ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਜਿੱਥੇ ਹਰ ਕਿਸੇ ਨੂੰ ਬਿਹਤਰ ਤੋਂ ਬਿਹਤਰ ਚੀਜ਼ ਚਾਹੀਦੀ ਹੈ, ਅਜਿਹੇ ਵਿੱਚ ਸਿੱਖਿਆ ਲਈ ਨਾਮੀ ਸਕੂਲ ਦੀ ਤਲਾਸ਼ ਕਰਨ ਵਿੱਚ ਵੀ ਕੋਈ ਪਿੱਛੇ ਨਹੀਂ ਰਹਿਣਾ ਚਾਹੁੰਦਾ, ਭਾਵੇਂ ਗੱਲ ਆਰਥਿਕ ਪੱਖੋਂ ਸੁਖਾਲੇ ਲੋਕਾਂ ਦੀ ਹੋਵੇ ਜਾਂ ਫਿਰ ਮੱਧਵਰਗੀ ਪਰਿਵਾਰਾਂ ਦੀ। ਵੱਧ ਰਹੀ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਆਪਣੇ ਬੱਚਿਆਂ ਨੂੰ ਚੰਗੀ ਤੋਂ ਚੰਗੀ ਸਿੱਖਿਆ ਦਿਵਾਉਣ ਲਈ ਅਜਿਹੇ ਸਕੂਲਾਂ ਦੀ ਚੋਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦਾ ਨਾਮ ਹੀ ਸਭ ਕੁਝ ਹੋਵੇ। ਪਰ ਅਜਿਹੇ ਸਕੂਲਾਂ ਵਿੱਚ ਵੀ ਦਾਖਲਾ ਲੈਣਾ ਕੋਈ ਆਸਾਨ ਕੰਮ ਨਹੀਂ ਹੈ। ਚੰਗੇ ਖਰਚੇ ਦੇ ਨਾਲ ਹੀ ਇੱਕ ਮੱਧਵਰਗੀ ਪਰਿਵਾਰ ਨੂੰ ਇਨ੍ਹਾਂ ਸਕੂਲਾਂ ਦੇ ਵਿੱਚ ਦਾਖਲਾ ਲੈਣ ਲਈ ਦੋਹਰੀ ਮਾਨਸਿਕ ਪਰੇਸ਼ਾਨੀ ਤੋਂ ਗੁਜ਼ਰਨਾ ਪੈਂਦਾ ਹੈ। ਪਰ ਇਨ੍ਹਾਂ ਤਕਲੀਫਾਂ ਤੋਂ ਬਾਅਦ ਜੇਕਰ ਤੁਹਾਡੇ ਬੱਚੇ ਦੇ ਨਾਮ ਨਾਲ ਉਸ ਨਾਮੀ ਸਕੂਲ ਦਾ ਨਾਂ ਜੁੜ ਜਾਵੇ ਤਾਂ ਸਾਰੀਆਂ ਤਕਲੀਫਾਂ ਮਾਂ-ਬਾਪ ਨੂੰ ਘੱਟ ਹੀ ਲੱਗਦੀਆਂ ਨੇ। ਜਿਵੇਂ ਕਿ ਅਸੀਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਚੰਗੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਲੈਣ ਲਈ ਮਾਂ-ਬਾਪ ਨੂੰ ਖਾਸੀ ਪਰੇਸ਼ਾਨੀ 'ਚ ਗੁਜ਼ਰਨਾ ਪੈਂਦਾ ਹੈ। ਪ੍ਰਾਇਮਰੀ ਕਲਾਸ ਵਿੱਚ ਆਪਣੇ ਬੱਚੇ ਨੂੰ ਦਾਖਲ ਕਰਵਾਉਣ ਲਈ ਸਿਟੀ ਦੇ ਟੌਪ ਸਕੂਲਾਂ ਵਿੱਚ ਕਈ ਥਾਵਾਂ ਤੇ ਫਾਰਮਸ ਦੇਣੇ ਪੈਂਦੇ ਨੇ ਤੇ ਇਹਨਾਂ ਫਾਰਮਸ ਤੇ ਲਗਾਈ ਜਾਣ ਵਾਲੀ ਰਾਸ਼ੀ ਦਾ ਕੋਈ ਹਿਸਾਬ ਨਹੀਂ ਹੁੰਦਾ। ਇਹ ਫਾਰਮਸ ਦੀ ਰਾਸ਼ੀ ਕਾਫੀ ਹੋ ਸਕਦੀ ਹੈ, ਮਸਲਨ 50 ਰੁਪਏ ਤੋਂ ਲੈ ਕੇ 1000 ਰੁਪਏ ਤੱਕ। ਅਜਿਹੇ ਵਿੱਚ ਜੇਕਰ 10 ਸਕੂਲਾਂ ਵਿੱਚ ਇੱਕ ਮੱਧਵਰਗੀ ਪਰਿਵਾਰ ਅਜਿਹੇ ਫਾਰਮਸ ਭਰਦਾ ਹੈ ਤਾਂ ਲੈ ਦੇ ਕੇ ਇੱਕ ਸਕੂਲ ਵਿੱਚ ਤੁਹਾਡੇ ਬੱਚੇ ਨੂੰ ਦਾਖਲਾ ਮਿਲ ਵੀ ਜਾਏਗਾ, ਤਾਂ ਵੀ ਬਾਕੀ ਸਕੂਲਾਂ ਦੀ ਫਾਰਮਸ ਤੇ ਲਗਾਈ ਗਈ ਧਨ ਰਾਸ਼ੀ ਦਾ ਕੋਈ ਹਿਸਾਬ ਹੀ ਨਹੀਂ। ਕੋਈ ਪੈਸੇ ਰਿਫੰਡ ਨਹੀਂ ਹੁੰਦੇ। 4-5 ਕੀ ਮੇਰੇ ਖਿਆਲ ਸੇ ਹਰੇਕ ਪੇਰੈਂਟ ਅੱਜਕੱਲ ਸੀਟਾਂ ਘਟ ਗਈਆਂ ਨੇ, ਹਰੇਕ ਪੇਰੈਂਟ ਮੈਨੂੰ ਲੱਗਦਾ 10-10 ਸਕੂਲਾਂ 'ਚ ਫਾਰਮ ਭਰਦੇ ਨੇ, ਔਰ ਉਹ ਵੀ ਪਹਿਲਾਂ ਲਾਈਨਾਂ 'ਚ ਲੱਗੋ, ਇੱਕ 2-2 ਦਿਨ ਖਰਾਬ ਹੋ ਜਾਂਦੇ ਲਾਈਨਾਂ 'ਚ, ਫਿਰ ਉਹਦੇ ਬਾਅਦ ਇੰਨੇ ਮਹਿੰਗੇ ਫਾਰਮ ਲਓ, ਭਰੋ, ਉਹਦੇ ਬਾਅਦ ਮੁੜ ਕੇ ਉਹਨਾਂ ਦਾ ਹੋਵੇ ਨਾ ਹੋਵੇ ਪਰ ਕੋਈ ਰਿਫੰਡ ਨਹੀਂ। 10-10 ਜਗ੍ਹਾ ਦਾ ਸਾਨੂੰ ਭਰਨਾ ਪੈਣਾ। ਬਿਗਨਿੰਗ ਫਰੋਮ ਦੀ ਫਾਰਮਸ 100 ਰੁਪਏ ਤੋਂ ਲੈ ਕੇ 1500 2-2000 ਰੁਪਏ ਤੱਕ ਦੇ ਫਾਰਮਸ ਨੇ, ਕਈ ਵਿੱਚ ਆਪਣੀ CDs ਵਗੈਰਾ ਵੀ ਦੇਣੇ, ਸਾਰੀ ਕਾਸਟਿੰਗ ਆ ਰਹੀ ਹੈ। ਉਧਰ ਪ੍ਰਾਈਵੇਟ ਸਕੂਲਸ ਐਸੋਸੀਏਸ਼ਨ ਦੀ ਮੰਨੀ ਜਾਏ ਤਾਂ ਰਿਫੰਡ ਹੋਵੇ ਜਾਂ ਨਾ ਹੋਵੇ ਇਸ ਚੀਜ਼ ਦਾ ਖਾਸਾ ਫਰਕ ਨਹੀਂ ਪੈਂਦਾ। ਮੈਨੂੰ ਨਹੀਂ ਲੱਗਦਾ ਕਿ ਉਹ ਸਾਨੂੰ ਰਿਫੰਡ ਦੇ ਚੱਕਰ 'ਚ ਵੀ ਪੈਣਾ ਚਾਹੀਦਾ, ਕਿਉਂਕਿ ਉਹ ਅਮਾਊਂਟ ਬੜਾ ਥੋੜਾ ਜਿਹਾ, ਹਾਂ ਅਈਓ ਕੋਈ 500-700 1000 ਰੁਪਇਆ ਹੁੰਦਾ ਤਾਂ ਸ਼ਾਇਦ ਅਸੀਂ ਰਿਫੰਡ ਦੀ ਵੀ ਗੱਲ ਕਰਦੇ ਹਾਂ। ਕਿਉਂਕਿ ਬਹੁਤ ਸਾਰੇ ਪੇਰੈਂਟਸ ਇਕੱਠੇ ਹੋ ਜਾਂਦੇ, ਉਹ ਅਮਾਊਂਟ ਵੱਧ ਜਾਂਦਾ ਹੈ। ਬਸ ਇਹ 50 ਰੁਪਏ ਅਮਾਊਂਟ ਹੈ, ਲੇਕਿਨ 50 ਰੁਪਏ ਵੀ ਛੋਟੀ ਅਮਾਊਂਟ ਨਹੀਂ, ਕਿਉਂਕਿ ਲੇਕਿਨ ਜੋ ਅਮਾਊਂਟ ਹੈ ਲੇਕਿਨ ਹਜੇ ਤੱਕ ਤਾਂ ਡਿਪਾਰਟਮੈਂਟ ਨੇ ਸਾਨੂੰ ਅਜਿਹਾ ਕੋਈ ਇੰਸਟਰਕਸ਼ਨਸ ਨਹੀਂ ਦਿੱਤੀਆਂ ਕਿ ਜੇ ਕਿਸੇ ਦਾ ਨੰਬਰ ਨਾ ਆਏ ਤਾਂ ਤੁਸੀਂ 50 ਰੁਪਏ ਵੀ ਵਾਪਸ ਕਰਨੇ ਨੇ। ਜੇ ਸਾਨੂੰ ਕੋਈ ਇੰਸਟਰਕਸ਼ਨਸ ਆ ਜਾਂਦੀਆਂ ਨੇ ਅਸੀਂ ਉਹਨਾਂ ਨੂੰ ਓਬੇ ਕਰਦੇ ਹਾਂ। ਇਸ ਤੋਂ ਇਲਾਵਾ ਕਈ ਮਾਂ-ਬਾਪ ਇਹ ਵੀ ਦੋਸ਼ ਦਿੰਦੇ ਨੇ ਕਿ ਇੰਨੀ ਐਡਮਿਸ਼ਨ ਫੀਸ ਤੇ ਟਿਊਸ਼ਨ ਫੀਸ ਹੋਣ ਦੇ ਬਾਵਜੂਦ ਦੂਜੇ ਖਰਚੇ ਜਿਨ੍ਹਾਂ ਵਿੱਚ ਕਿਤਾਬਾਂ, ਯੂਨੀਫਾਰਮਸ ਤੇ ਟਰਾਂਸਪੋਰਟ ਸੁਵਿਧਾ ਆਉਂਦੀ ਹੈ, ਇਹਨਾਂ ਵਿੱਚ ਵੀ ਸਕੂਲਾਂ ਵੱਲੋਂ ਇਹਨਾਂ ਨੂੰ ਲੁੱਟਣ ਦੀ ਹੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਉਂਕਿ ਕਈ ਪ੍ਰਾਈਵੇਟ ਸਕੂਲਾਂ ਵੱਲੋਂ ਕੁਝ ਚੁਣਿੰਦਾ ਸਟੇਸ਼ਨਰੀ ਸ਼ਾਪਸ, ਯੂਨੀਫਾਰਮ ਸ਼ਾਪਸ ਤੇ ਬੱਸ ਐਸੋਸੀਏਸ਼ਨਾਂ ਨਾਲ ਟਾਈ ਅਪ ਕੀਤੇ ਜਾਂਦੇ ਨੇ, ਜਿਸ ਹੇਠ ਉਹਨਾਂ ਨੂੰ ਇਹਨਾਂ ਦੁਕਾਨਾਂ ਤੋਂ ਹੀ ਚੀਜ਼ਾਂ ਲੈਣ ਤੇ ਜ਼ੋਰ ਦਿੱਤਾ ਜਾਂਦਾ ਹੈ, ਜੋ ਕਿ ਗਲਤ है। एक रेट के बारे में कोई क्राइटेरिया तय करना चाहिए कि भाई
इस तरह की स्कूल ड्रेस का इतना ही रेट होगा, इससे ज़्यादा नहीं होगा। एक सॉक्स है, एक कमीज़ है, एक पैंट है, उसके इन्होंने अपने रेट बनाए हुए हैं। अपनी स्टिचिंग है, किस तरह की है, कहाँ से कराते हैं, क्या है, किस तरह का कपड़ा है। बाकी हरासमेंट तो है ही कि भाई कभी इस स्कूल की वहाँ से मिलेगी जी, बुक्स वहाँ से मिलेगी, यूनिफॉर्म वहाँ से मिलेगी। इस तरह का नहीं होना चाहिए। हर जगह अवेलेबल होनी चाहिए, जहाँ मर्जी पेरेंट्स की दिल करे वहाँ से खरीदे वो। ਕਿੰਗਵੇਜ ਵਾਲਿਆਂ ਦੇ ਅਸੀਂ ਆਏ ਸੀ, ਇਹਨਾਂ ਦੇ ਜਿਹੜੇ ਉਹ ਪੱਟੀ ਨਹੀਂ ਮੇਲ ਖਾਂਦੀ। ਹੁਣ ਫੈਸ਼ਨਰ ਵਾਲਿਆਂ ਦੇ ਚੱਲੇ ਆ 17 ਦੇ ਵਿੱਚ। कितनी परेशानी है। हरासमेंट परेशानी तो बच्चों के लिए करनी पड़ती है जी, पुलिस की ड्यूटी और फिर बच्चों की ड्रेस की हरासमेंट तो होती है। एक बार ड्यूटी की तरफ एक तरफ आते हैं तो दूर का समय दौड़ कर ड्रेस लाओ जी, ये करो। हाँ, अगर ज़्यादा शॉप होंगी तो हम वहाँ शॉप में कंपटीशन होगा और रेट कम मिलेंगे। हमने अभी एक दुकान है जो रेट की लगी है, हम तो बोल नहीं सकते, जो भी रेट लेंगे वो देना पड़ेगा। ਇਸ ਗੱਲ ਤੇ ਹਾਲਾਂਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਾ ਹੋਣ ਦਾ ਹਵਾਲਾ ਦੇ ਦਿੱਤਾ ਗਿਆ, ਪਰ CBSE ਕਾਉਂਸਲਰ ਵੱਲੋਂ ਕੁਝ ਇਸ ਤਰ੍ਹਾਂ ਦੇ ਤਰਕ ਦੇ ਦਿੱਤੇ ਗਏ। ਜੇ ਸਪੋਜ਼ ਮੇਰੇ ਕੋਲ 1000 ਬੱਚੇ ਨੇ ਨਰਸਰੀ ਤੋਂ ਲੈ ਕੇ 8 ਤੱਕ, ਤਾਂ ਦੁਕਾਨ ਵਾਲਾ ਮੈਨੂੰ ਇਹ ਪੁੱਛਦਾ ਕਿ ਮੈਡਮ ਦੱਸੋ ਜੀ ਮੈਂ ਕਿੰਨੇ ਸੈੱਟ ਲਿਆਵਾਂ ਤੁਹਾਡੇ ਵਾਸਤੇ। ਮੈਂ ਉਹਨੂੰ ਨਹੀਂ ਦੱਸ ਸਕਦੀ ਕਿ ਕਿਉਂਕਿ ਮੈਨੂੰ ਨਹੀਂ ਪਤਾ ਕਿ ਕਿਹੜਾ ਪੇਰੈਂਟ ਕਿਹੜੀ ਦੁਕਾਨ ਤੇ ਜਾਏਗਾ। ਠੀਕ ਹੈ, ਇਸ ਨੂੰ ਇਹ ਸਾਰੇ ਫੈਕਟਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਿਰਫ ਇੱਕੋ ਹੀ ਦੁਕਾਨ ਵਾਲੇ ਦਾ ਨਾਮ ਦੱਸਨੇ ਆ। ਲੇਕਿਨ ਅਸੀਂ ਤਾਂ ਇਸ ਮਾਮਲੇ 'ਚ ਬਹੁਤ ਕਿਸਮਤ ਵਾਲੇ ਹਾਂ ਕਿ ਸਾਨੂੰ ਅੱਜ ਤੱਕ ਕਦੇ ਕੋਈ ਪੇਰੈਂਟਸ ਦੀ ਕੰਪਲੇਂਟ ਨਹੀਂ ਆਈ। ਜੇ ਕਦੇ ਆਂਦੀ ਵੀ ਹੈ ਤਾਂ ਅਸੀਂ ਉਸੇ ਵੇਲੇ ਜੇ ਦੁਕਾਨਦਾਰ ਨੂੰ ਕਹਿੰਦੇ ਆ, ਵੈਸੇ ਤਾਂ ਸਾਨੂੰ ਕਦੇ ਆਂਦੀ ਨਹੀਂ, ਤੇ ਦੁਕਾਨਦਾਰ ਆਪੇ ਉਹਨੂੰ ਹੈਂਡਲ ਕਰ ਲੈਂਦੇ ਆ। ਔਰ ਨੋਰਮਲ ਪ੍ਰੈਕਟਿਸ 'ਚ ਕੀ ਹੁੰਦਾ ਕਿ ਦੁਕਾਨਦਾਰ ਥੋੜ੍ਹਾ ਜਿਹਾ ਅਮਾਊਂਟ ਸਕੂਲ ਨੂੰ ਜ਼ਰੂਰ ਦਿੰਦਾ, ਲੇਕਿਨ ਉਹ ਅਮਾਊਂਟ ਸਕੂਲ ਦੇ ਵਿੱਚ ਡਿਪੋਜ਼ਿਟ ਹੁੰਦਾ, ਕਿਉਂਕਿ ਅਸੀਂ ਇਹ ਸੋਚਦੇ ਹਾਂ ਕਿ ਉਹ ਪੈਸਾ ਫਿਰ ਬੱਚਿਆਂ ਦੇ ਭਲੇ 'ਤੇ ਹੀ ਖਰਚਾ ਹੁੰਦਾ ਹੈ। ਜੇ ਯੂਨੀਫਾਰਮ ਵਾਲਾ ਉਹ ਵੀ ਸਾਨੂੰ ਸਕੂਲ 'ਚ ਦਿੰਦਾ ਪੈਸੇ, ਉਹਦੀ ਰਸੀਦ ਕੱਟੀ ਜਾਂਦੀ ਹੈ, ਉਹ ਸਾਡੇ ਅਕਾਊਂਟ 'ਚ ਜਮ੍ਹਾਂ ਹੁੰਦਾ ਹੈ। ਉਹ ਫਿਰ ਅਸੀਂ ਉਹਨੂੰ ਇਹੀ ਕਹਿੰਦੇ ਹਾਂ ਕਿ ਇਹ ਫਿਰ ਪੈਸਾ ਬੱਚਿਆਂ ਦੇ ਉੱਪਰ ਹੀ ਖਰਚ ਹੁੰਦਾ ਹੈ। ਅਤੇ ਇਸ ਵਿੱਚ ਮੇਰੇ ਖਿਆਲ ਦੇ ਵਿੱਚ ਪੇਰੈਂਟਸ ਨੂੰ ਇੰਨਾ ਕੁ ਬਰਦਾਸ਼ਤ ਕਰਨਾ ਚਾਹੀਦਾ, ਸਕੂਲ ਦੇ ਨਾਲ ਚੱਲਣਾ ਚਾਹੀਦਾ। ਇਹ ਸਿਰਫ 2-4 ਦਿਨਾਂ ਦੀ ਪ੍ਰੋਬਲਮ ਹੁੰਦੀ ਹੈ, ਯੂਨੀਫਾਰਮ ਲਈ ਵੀ ਅਤੇ ਬੁੱਕਸ ਲਈ ਵੀ। ਫਿਲਹਾਲ ਇੱਕ ਤੁਲਨਾ ਕੀਤੀ ਜਾਏ ਕਿ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਮਾਡਲ ਸਕੂਲ ਤੇ ਕਨਵੈਂਟ ਸਕੂਲਾਂ ਵਿੱਚ ਪ੍ਰਾਇਮਰੀ ਕਲਾਸ ਦੇ ਬੱਚੇ ਦੀ ਕੀ ਫੀਸ ਹੈ। ਤੇ ਗਵਰਨਮੈਂਟ ਮਾਡਲ ਸਕੂਲ ਵਿੱਚ ਨਰਸਰੀ ਤੋਂ 8ਵੀਂ ਤੱਕ ਦੀ ਐਡਮਿਸ਼ਨ ਫ੍ਰੀ ਆਫ ਕੋਸਟ ਹੈ, ਜਦਕਿ ਮਾਡਲ ਸਕੂਲ ਵਿੱਚ ਨਰਸਰੀ KG ਦੇ ਬੱਚੇ ਦੀ ਐਡਮਿਸ਼ਨ ਫੀਸ 14,000 ਰੁਪਏ ਤੋਂ ਲੈ ਕੇ 21,000 ਰੁਪਏ ਵਿਚਕਾਰ ਪੈਂਦੀ ਹੈ, ਜਦਕਿ ਹਰ 3 ਮਹੀਨੇ ਬਾਅਦ ਲਈ ਜਾਣ ਵਾਲੀ ਟਿਊਸ਼ਨ ਫੀਸ ਬਣਦੀ ਹੈ 8,000 ਰੁਪਏ ਤੋਂ 10,000 ਰੁਪਏ ਵਿਚਕਾਰ। ਇਸ ਤੋਂ ਇਲਾਵਾ ਮੇਨਟੇਨੈਂਸ ਦਾ ਖਰਚਾ ਪੈਂਦਾ ਹੈ 5,000 ਰੁਪਏ, ਜਦਕਿ ਟਰਾਂਸਪੋਰਟ ਦਾ ਖਰਚਾ ਬੈਠਦਾ ਹੈ 800 ਤੋਂ 1,000 ਰੁਪਏ। ਇਸੇ ਤਰ੍ਹਾਂ ਕਨਵੈਂਟ ਸਕੂਲਾਂ ਵਿੱਚ ਪ੍ਰਾਇਮਰੀ ਕਲਾਸਿਸ ਲਈ ਐਡਮਿਸ਼ਨ ਫੀਸ ਦਾ ਖਰਚਾ ਹੈ 20,000 ਤੋਂ 80,000 ਰੁਪਏ ਤੱਕ। ट्यूशन फीस है 2,000 तो लेके 5,000 रुपए प्रति महीना, जबकि 3 महीने बाद दी जाने वाली ये फीस बैठेगी 15,000 रुपए। मेनटेनेंस का खर्चा बहता है 5,000 तो 10,000 रुपए विचकार, जबकि ट्रांसपोर्ट का खर्चा बहता 1,000 तो उपर। सो इत्थों सहजे ही अंदाजा लगाया जा सकता है कि नामी स्कूल विच अपना बच्चा दाखिल करवाउण दी दौड़ विच माँ बाप नूं किन्ने पापड़ बेलने पैंदे ने। ਚੰਡੀਗੜ੍ਹ ਵਿੱਚ 73 ਦੇ ਕਰੀਬ ਪ੍ਰਾਈਵੇਟ ਸਕੂਲਸ ਹਨ, ਜਦਕਿ 103 ਦੇ ਕਰੀਬ ਸਰਕਾਰੀ ਸਕੂਲਸ। ਫਿਰ ਵੀ ਜ਼ਿਆਦਾਤਰ ਮਾਂ-ਬਾਪ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਹੀ ਦਾਖਲਾ ਦਿਵਾਉਣ ਨੂੰ ਤਰਜੀਹ ਦਿੰਦੇ ਨੇ। ਇਹ ਗੱਲ ਤਾਂ ਹਾਲ ਹੀ ਦੇ ਵਿੱਚ UT ਸਿੱਖਿਆ ਵਿਭਾਗ ਵੱਲੋਂ ਇਕੱਠੇ ਕੀਤੇ ਡਾਟਾ ਵਿੱਚ ਵੀ ਸਾਫ਼ ਹੋ ਚੁੱਕੀ ਹੈ, ਜਿਸ ਮੁਤਾਬਿਕ ਸਾਲ 2011-12 ਅਕਾਦਮਿਕ ਸੈਸ਼ਨ ਤੋਂ ਹੁਣ ਤੱਕ ਗਵਰਨਮੈਂਟ ਸਕੂਲਾਂ ਦੇ ਵਿੱਚ ਪ੍ਰਾਇਮਰੀ ਕਲਾਸਿਸ ਵਿੱਚ ਦਾਖਲਾ ਕਰਵਾਉਣ ਵਿੱਚ 4.18% ਦੀ ਕਮੀ ਆਈ ਹੈ। 3 ਸਾਲਾਂ ਦੌਰਾਨ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਦਾਖਲਾ ਦਿਵਾਉਣ ਵੱਲ ਹੀ ਜ਼ਿਆਦਾ ਦਿਲਚਸਪੀ ਦਿਖਾਈ ਗਈ। ਇਨ੍ਹਾਂ ਅੰਕੜਿਆਂ ਮੁਤਾਬਿਕ ਸਾਲ 2011-12 ਦੌਰਾਨ ਸਰਕਾਰੀ ਸਕੂਲਾਂ ਵਿੱਚ 1 ਤੋਂ 5ਵੀਂ ਕਲਾਸ ਤਹਿਤ 64,038 ਬੱਚਿਆਂ ਨੇ ਦਾਖਲਾ ਲਿਆ ਸੀ, ਪਰ ਅਗਲੇ ਸੈਸ਼ਨ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਰੁਝਾਨ ਘਟਿਆ ਤੇ 2012-13 ਦੌਰਾਨ ਇਹ ਅੰਕੜਾ 61,939 ਤੇ ਜਾ ਪੁੱਜਿਆ। 2013-14 ਦੇ ਦਾਖਲਿਆਂ ਵਿੱਚ ਵੀ ਲੋਕਾਂ ਦੀ ਸਰਕਾਰੀ ਸਕੂਲਾਂ ਪ੍ਰਤੀ ਬੇਰੁਖੀ ਨਜ਼ਰ ਆਈ
ਇਸ ਵਾਰ ਵੀ ਪ੍ਰਾਇਮਰੀ ਕਲਾਸਿਸ ਦੇ ਬੱਚਿਆਂ ਦੀ ਗਿਣਤੀ ਘਟ ਕੇ 61,355 ਹੋ ਗਈ। ਸੋ ਪਿਛਲੇ 3 ਸਾਲਾਂ ਦੌਰਾਨ ਸਰਕਾਰੀ ਸਕੂਲਾਂ ਦੇ ਵਿੱਚ 2683 ਪ੍ਰਾਇਮਰੀ ਬੱਚਿਆਂ ਦੀ ਗਿਣਤੀ ਘਟੀ ਹੈ। ਦੂਸਰੀ ਤਰਫ ਗੱਲ ਕੀਤੀ ਜਾਏ ਨਿੱਜੀ ਸਕੂਲਾਂ ਦੀ ਤਾਂ ਇੱਥੇ ਤਸਵੀਰ ਸਰਕਾਰੀ ਸਕੂਲਾਂ ਦੇ ਮੁਕਾਬਲੇ ਬਿਲਕੁਲ ਉਲਟ ਹੈ। ਸਾਲ 2011-12 ਦੌਰਾਨ ਨਿੱਜੀ ਸਕੂਲਾਂ ਦੀਆਂ ਪ੍ਰਾਇਮਰੀ ਕਲਾਸਿਸ ਵਿੱਚ 29,777 ਬੱਚਿਆਂ ਨੇ ਦਾਖਲਾ ਲਿਆ ਸੀ ਤੇ ਅਗਲੇ ਸੈਸ਼ਨ ਯਾਨੀ ਕਿ 2012-13 ਵਿੱਚ ਇਹ ਆંકੜਾ ਵੱਧ ਕੇ 30,739 ਹੋ ਗਿਆ। ਮੌਕਾ ਆਇਆ ਸਾਲ 2013-14 ਦੇ ਵਿਦਿਅਕ ਸੈਸ਼ਨ ਦਾ ਤਾਂ ਇਸ ਵਾਰ ਫਿਰ ਲੋਕਾਂ 'ਚ ਨਿੱਜੀ ਸਕੂਲਾਂ 'ਚ ਬੱਚੇ ਪੜ੍ਹਾਉਣ ਦੀ ਦਿਲਚਸਪੀ ਜ਼ਿਆਦਾ ਨਜ਼ਰ ਆਈ ਤੇ ਇਸ ਸੈਸ਼ਨ ਦੇ ਵਿੱਚ ਆંકੜਾ ਮੁਤਾਬਿਕ ਸਾਲ 2013-14 ਵਿੱਚ 31,964 ਬੱਚਿਆਂ ਨੇ ਪ੍ਰਾਇਮਰੀ ਕਲਾਸਿਸ 'ਚ ਦਾਖਲਾ ਲਿਆ। ਇਹਨਾਂ 3 ਸਾਲਾਂ ਵਿੱਚ ਨਿੱਜੀ ਸਕੂਲਾਂ ਦੀ ਪ੍ਰਾਇਮਰੀ ਬੱਚਿਆਂ ਦੀ ਗਿਣਤੀ ਵਿੱਚ 2186 ਆંકੜਿਆਂ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਇਹ ਤੱਥ ਵੀ ਹੈਰਾਨ ਕਰਨ ਵਾਲੇ ਨੇ ਕਿ ਗਵਰਨਮੈਂਟ ਸਕੂਲਾਂ ਵਿੱਚ ਨਰਸਰੀ ਤੋਂ 8ਵੀਂ ਤੱਕ ਦੀ ਐਡਮਿਸ਼ਨ ਫੀਸ ਬਿਲਕੁਲ ਮੁਫਤ ਹੈ, ਜਦਕਿ ਚੰਗੇ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਦੇ ਦਾਖਲੇ ਤੋਂ ਲੈ ਕੇ ਸਿੱਖਿਆ ਕਰਵਾਉਣੀ ਸਭ ਤੋਂ ਮਹਿੰਗੀ ਹੈ। ਹਾਲਾਂਕਿ ਅੱਜ ਦੀ ਤਾਰੀਖ ਵਿੱਚ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵੱਲ ਇੱਕ ਨਜ਼ਰ ਮਾਰੀ ਜਾਏ ਤਾਂ ਸਕੂਲ ਕਾਫੀ ਚੰਗੇ ਨੇ। ਕਿਸੇ ਸੁਵਿਧਾ ਦੀ ਕੋਈ ਕਮੀ ਨਹੀਂ ਰੱਖੀ ਗਈ। ਚੰਗੇ ਕਲਾਸਰੂਮਸ, ਪਲੇਗਰਾਉਂਡਸ, ਟੀਚਰਸ ਸਭ ਕੁਝ ਮੁਹੱਈਆ ਹੈ ਅਤੇ ਪ੍ਰਾਈਵੇਟ ਦੀ ਤਰਜ਼ ਤੇ ਸਮਾਰਟ ਕਲਾਸਰੂਮ ਦੇ ਕਨਸੈਪਟ ਵੀ ਰੱਖੇ ਗਏ ਹਨ ਜੋ ਕਿ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਕਾਫੀ ਨੇ। ਪਰ ਫਿਰ ਵੀ ਪਿਛਲੇ ਸਾਲਾਂ ਵਿੱਚ ਇਨ੍ਹਾਂ ਸਕੂਲਾਂ ਵੱਲ ਵਿਦਿਆਰਥੀਆਂ ਤੇ ਮਾਂ-ਬਾਪ ਦਾ ਘਟਿਆ ਦਿਲਚਸਪੀ ਦਾ ਸਤਰ ਚਿੰਤਾ ਦਾ ਵਿਸ਼ਾ ਹੈ, ਜਿਸ ਤੇ ਗਵਰਨਮੈਂਟ ਸਕੂਲਸ ਐਸੋਸੀਏਸ਼ਨ कुछ ये कह रही हैं। पेरेंट्स में अवेयरनेस की कमी है। पिछले 10 साल में जो गवर्नमेंट स्कूल्स हैं उनमें देयर इज ए सी चेंज इन द फंक्शनिंग ऑफ गवर्नमेंट स्कूल्स। RTE के बाद और जो SSC का कंसेप्ट आया है और रमसा स्कीम जो स्कूलों में आई है, फंड्स की कोई कमी नहीं है गवर्नमेंट स्कूल्स में। जहाँ तक स्टाफ की बात है, हाईली क्वालिफाइड टीचर्स हैं and the teachers working in government schools of UT Chandigarh are highly qualified, much experienced, and they are very dedicated towards their duties. ये बात पेरेंट्स तक पहुंचनी चाहिए। जब ये बात ठीक से पहुंच जाएगी कि आज के टाइम में गवर्नमेंट स्कूल्स ऐसे हैं जहां इंफ्रास्ट्रक्चर की कमी नहीं है और भी दूसरी फैसिलिटीज़ की कमी नहीं है, केवल पेरेंट्स का और टीचर्स का जो कम्युनिकेशन गैप है वो दूर होना चाहिए। ਸਿੱਖਿਆ ਦਾ ਅਧਿਕਾਰ ਸਭ ਨੂੰ ਹੈ। ਇਸ ਨਾਅਰੇ ਨੂੰ ਬਲ ਦਿੰਦਿਆਂ ਭਾਵੇਂ ਸਰਕਾਰ ਤੇ ਸੰਵਿਧਾਨ ਵੱਲੋਂ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਕੁੜੀਆਂ ਨੂੰ ਫ੍ਰੀ ਐਜੂਕੇਸ਼ਨ ਦੇਣ ਦੀ ਗੱਲ ਤੇ ਜ਼ੋਰ ਦਿੱਤਾ ਜਾਂਦਾ ਹੈ, ਪਰ ਇਸ ਗੱਲ ਦੀ ਪਾਲਣਾ ਕਿੰਨੀ ਹੋ ਰਹੀ ਹੈ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ। ਕੁਝ ਸਰਕਾਰੀ ਸਕੂਲਾਂ ਵਿੱਚ ਤਾਂ ਅਜਿਹੇ ਪਰਿਵਾਰਾਂ ਦੀ ਧੀਆਂ ਨੂੰ ਮੁਫਤ ਸਿੱਖਿਆ ਦੇਣ ਦੀ ਗੱਲ ਤੇ ਅਮਲ ਕੀਤਾ ਜਾਂਦਾ ਹੈ, ਪਰ ਅਜਿਹੇ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਕਿ ਫ੍ਰੀ ਗਰਲ ਚਾਈਲਡ ਐਜੂਕੇਸ਼ਨ ਦੀ ਪਾਲਿਸੀ ਨੂੰ ਅਮਲ ਵਿੱਚ ਲਿਆ। CBSE ਕੌਂਸਲਰ ਮੁਤਾਬਿਕ ਕੁਝ ਪ੍ਰਾਈਵੇਟ ਮਾਡਲ ਸਕੂਲਸ ਵਿੱਚ ਉਹਨਾਂ ਕੋਲ ਅਜਿਹੇ ਮਾਂ-ਬਾਪ ਦੀ ਕੁਐਰੀਜ਼ ਪੁੱਜੀਆਂ ਨੇ, ਪਰ ਬੇਹੱਦ ਘੱਟ ਗਿਣਤੀ ਵਿੱਚ। ਇਸ ਨਾਲ ਹੀ ਉਹਨਾਂ ਵੱਲੋਂ ਵਧੇਰੇ ਬੱਚਿਆਂ ਨੂੰ ਇਸ ਰੂਲ ਹੇਠ ਐਡਮਿਸ਼ਨ ਦੇਣ ਤੋਂ ਇਹ ਕਹਿੰਦੇ ਇਨਕਾਰ ਕਰ ਦਿੱਤਾ ਗਿਆ ਕਿ ਜੇਕਰ ਕੁਝ ਸਕੂਲ ਸਿਰਫ ਕੁੜੀਆਂ ਦੇ ਹੀ ਨੇ ਤਾਂ ਉਹ ਕਿੰਨੀ ਲੜਕੀਆਂ ਨੂੰ ਮੁਫਤ ਐਡमिशन दे सकते हैं। देखो बहुत ज़्यादा तो नहीं आते क्योंकि जनरली जो हमारी इंडियन सोसाइटी है इसमें 2 बच्चों का ट्रेंड तो है ही है, ठीक है ना। तो दैट फ्रीडम इज़ ओनली या दैट कंसेशन इज़ ओनली फॉर दैट फैमिली वेयर देयर इज़ ओनली वन गर्ल, यू नो, ठीक है ना। तो अभी मेरे ख्याल में मेरे पास एक बच्ची शायद इस साल में अभी आई है, लेकिन वो बहुत अच्छी फैमिली से है, लाइक उसकी मदर मेरे को पता है डॉक्टर है, फादर भी है। तो ये डिपेंड करता है कि वो लेना भी चाहेंगे कि नहीं लेना चाहेंगे, है ना। तो पेरेंट्स की विल भी होती है, बट हम बता देते हैं कि भाई ये गर्ल चाइल्ड का है, बट समटाइम्स इट डिपेंड्स ऑन द पेरेंट्स ऑल्सो दैट वेदर दे विश टू अवेल दिस कंसेशन और नॉट, बट इफ दे कैन अफोर्ड इट दे अफोर्ड इट। ਉਧਰ ਦੂਸਰੀ ਤਰਫ ਚੰਡੀਗੜ੍ਹ ਦੇ ਪ੍ਰਾਈਵੇਟ ਮਾਡਲਸ ਕਨਵੈਂਟ ਸਕੂਲਸ ਦੇ ਵਿੱਚ ਕਰੀਬ 14 ਤੋਂ 15 ਸਕੂਲ ਅਜਿਹੇ ਨੇ ਜੋ ਆਪਣੇ ਆਪ ਨੂੰ ਮਾਈਨੋਰਿਟੀ ਸਕੂਲਸ ਦੱਸ ਕੇ ਆਪਣੇ ਆਪ ਨੂੰ RTE ਨਿਯਮਾਂ ਦੇ ਅਧੀਨ ਹੀ ਨਹੀਂ ਮੰਨਦੇ ਤੇ ਇਹਨਾਂ ਦਾ ਮੰਨਣਾ ਹੈ ਕਿ ਉਹਨਾਂ ਵੱਲੋਂ ਪਿਛਲੇ ਕੁਝ ਬੈਚਸ ਤੋਂ ਨਾ ਤਾਂ EWS ਸੀਟਸ ਤੇ ਬੱਚੇ ਦਾਖਲ ਕੀਤੇ ਗਏ ਤੇ ਨਾ ਹੀ ਕੁੜੀਆਂ ਦੀ ਮੁਫਤ ਸਿੱਖਿਆ ਵਾਲੇ ਰੂਲਸ ਨੂੰ ਫਾਲੋ ਕੀਤਾ ਗਿਆ। ਇਸ ਪਿੱਛੇ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਸਾਲ 2011-12 ਵਿੱਚ ਉਹਨਾਂ ਵੱਲੋਂ ਇਕਨੋਮਿਕਲ ਵੀਕਰ ਸੈਕਸ਼ਨ ਦੇ ਕੁਝ ਬੱਚਿਆਂ ਨੂੰ ਸਕੂਲਾਂ ਵਿੱਚ ਐਡਮਿਸ਼ਨ ਦਿੱਤੀ ਗਈ, ਪਰ ਨਿਯਮਾਂ ਮੁਤਾਬਿਕ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤਦ ਵੀ ਸਕੂਲਸ ਨੂੰ 15% ਦੇ ਕਰੀਬ ਦੀ ਅਦਾਇਗੀ ਨਹੀਂ ਕੀਤੀ ਗਈ।
ਜਿਸ ਕਾਰਨ ਹੁਣ ਉਹ ਇਹਨਾਂ ਬੱਚਿਆਂ ਨੂੰ ਐਡਮਿਸ਼ਨ ਦੇਣ ਤੋਂ ਸਾਫ਼ ਇਨਕਾਰ ਕਰਦੇ ਨੇ। ਇਹਦੇ 'ਚ ਕਈ ਕੰਮ ਐਡਮਿਨਿਸਟ੍ਰੇਸ਼ਨ ਨੇ ਕਰਨੇ ਸੀਗੇ ਜਿਹੜੇ ਉਹਨਾਂ ਨੇ ਥੋੜ੍ਹਾ ਡਿਲੇ ਕਰਤਾ। ਸੋ 2010 'ਚ ਸਾਡੀ ਕੋਈ ਐਡਮਿਸ਼ਨ ਹੋਈ ਨਹੀਂ। 2011-12 ਵਿੱਚ ਅਸੀਂ ਬੱਚੇ ਐਡਮਿਟ ਕੀਤੇ ਸੀਗੇ। ਸਾਡੇ ਕੋਲ 10 ਐਪਲੀਕੇਸ਼ਨ ਆਈਆਂ ਸਨ, ਜਿਨ੍ਹਾਂ 'ਚੋਂ 6 ਬੱਚੇ ਐਲੀਜੀਬਲ ਸੀਗੇ, ਉਹ ਅਸੀਂ ਐਡਮਿਟ ਕਰ ਲਏ ਸੀ। ਉਹਨਾਂ ਦੇ ਅਸੀਂ ਬਿੱਲ ਭੇਜੇ ਸੀ ਐਡਮਿਨਿਸਟ੍ਰੇਸ਼ਨ ਨੂੰ। ਸਾਨੂੰ ਹਾਲੇ ਤੱਕ ਕੋਈ ਉਹਦਾ ਪੇਮੈਂਟ ਦਾ ਕੋਈ ਹਵਾਲਾ ਨਾ ਕੋਈ ਖਬਰ ਆਈ ਹੈ, ਨਾ ਉਹਨਾਂ ਨੇ ਇਹ ਕਿਹਾ ਕਿ ਅਸੀਂ ਨਹੀਂ ਦੇਣੀ। ਸਾਨੂੰ ਕੋਈ ਖਬਰ ਨਹੀਂ। ਸਾਡੇ ਤਾਂ ਬਿੱਲ ਉਹਨਾਂ ਕੋਲ ਹਰ ਕੁਆਟਰ ਪਹੁੰਚ ਜਾਂਦੇ ਨੇ। ਇਸ ਟਾਈਮ ਤਕਰੀਬਨ 3 ਲੱਖ ਦਾ ਡਿਊ ਹੈਗਾ ਸਾਡੇ ਸਕੂਲ ਦਾ, ਸਿਰਫ 6 ਬੱਚਿਆਂ ਦਾ, ਅਤੇ ਉਹ ਹਾਲੇ ਕੋਈ ਪੇਮੈਂਟ ਨਹੀਂ। ਜੇ ਮੈਂ ਐਡਮਿਟ ਕਰੀ ਜਾਵਾਂਗਾ, ਮੈਨੂੰ ਪੇਮੈਂਟ ਨਹੀਂ ਕਰਨਗੇ ਪਿੱਛੇ, ਹਾਊ ਵਿਲ ਦ ਸਕੂਲ ਸਰਵਾਈਵ? ਐਵਰੀ ਈਅਰ ਆਈ ਐਡ 25% ਬਰਡਨ ਔਨ ਟੂ ਮਾਈ ਸਕੂਲ, ਹਾਊ ਵਿਲ ਆਈ ਸਰਵਾਈਵ? 10 ਸਾਲਾਂ 'ਚ ਮੇਰਾ ਸਕੂਲ ਬੰਦ ਹੋ ਜਾਏਗਾ। 2005 ਦੇ ਸਰਕੂਲਰ ਆਇਆ ਸੀ CBSE ਦਾ ਕਿ ਗਰਲ ਚਾਈਲਡ ਫ੍ਰੀ ਹੈ, ਉਹ ਵਿਡਰਾ ਕਰ ਲਿਆ ਸੀ। ਜਿਹੜੇ ਸਿਰਫ ਗਰਲ ਸਕੂਲਸ ਹੈਗੇ ਨੇ, ਉਹ ਵਿਚਾਰੇ ਕਿੱਥੇ ਜਾਣਗੇ ਜੇ ਉਹਨਾਂ ਨੂੰ ਪੇਮੈਂਟ ਨਹੀਂ ਮਿਲੇਗੀ ਤਾਂ? A private unaided school is only surviving because of the fee paid to the school by the child. And there are many laws which are governing the school, income tax laws, other education department on your head, कि you are profiteering or not, थोड़ा बैलेंस कितना है। So, girl child, there was a circular in 2005 which was withdrawn by CBSE. ਉਧਰ ਹੀ ਪ੍ਰਾਈਵੇਟ ਸਕੂਲਸ ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਖਿੱਚ-ਤੂ ਦੇ ਵਿੱਚ ਇਹਨਾਂ ਕੁਝ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦਾ ਨੁਕਸਾਨ ਹੋ ਰਿਹਾ ਹੈ, ਜੋ ਕਿ ਜਦ ਵੀ ਇਹਨਾਂ ਸਕੂਲਸ ਵਿੱਚ ਆਪਣੀ ਬੱਚੀ ਜਾਂ ਫਿਰ ਬੱਚੇ ਦਾ ਦਾਖਲਾ ਕਰਵਾਉਣ ਪੁੱਛਦੇ ਨੇ ਤਾਂ ਇਹਨਾਂ ਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਜਾਂਦਾ ਹੈ ਕਿ ਸੀਟਸ ਫੁੱਲ ਹੋ ਚੁੱਕੀਆਂ ਨੇ। एडमिशन कराने आए थे, एडमिशन के लिए बोला गया कि जगह फुल है कि तनख्वाह मेरी 7,500 है, दिहाड़ी करता प्लम्बर का काम करता हूँ, तो बच्चों के लिए उन्होंने कहा चलो हो जाएगा, उनका भविष्य सुधर जाएगा। अब यहाँ आने के बाद पता लगा कि यहाँ पर जगह ही नहीं खाली है कि, और रिसेप्शन गए, मैंने कहा मैडम से मिला दो, मैडम बोला कि मैडम से मैंने बात कर लिया है, वहाँ जगह खाली नहीं है कि नहीं हो सकता है। जी मैं भी लड़कियों को पढ़ाना चाहती हूँ। अपना तो जैसी हुआ कट गई, कोई बात नहीं। बच्चियों के ऊपर पढ़ाना तो मुझे बहुत ज़रूरी है, क्योंकि मैंने लड़कियों को सोच रही, 2 बच्चे हैं मेरे पास, दोनों को पढ़ाना है। लड़के नहीं है नसीब में तो क्या हुआ, लड़कियां तो हैं, आजकल लड़के से तो कम है। बस यही पढ़ाना है बच्चों को। तो एडमिशन के लिए गया, एडमिशन भी बोले कि सीट फुल हो गई है। हर कोई माँ बाप सोचता मेरे बच्चे ने अच्छे उठा पे हों, फिर क्या करें। ਸਿੱਖਿਆ ਦਾ ਕਮਰਸ਼ੀਅਲਾਈਜੇਸ਼ਨ, ਮੈਕਡੋਨਲਾਈਜੇਸ਼ਨ ਲਗਾਤਾਰ ਹੋ ਰਿਹਾ ਹੈ। ਇੱਕ ਪਾਸੇ ਜਿੱਥੇ ਰਾਈਟ ਟੂ ਐਜੂਕੇਸ਼ਨ ਯਾਨੀ ਕਿ ਸਿੱਖਿਆ ਦਾ ਅਧਿਕਾਰ ਸਾਨੂੰ ਸੰਵਿਧਾਨ ਵੱਲੋਂ ਦਿੱਤਾ ਗਿਆ, ਉੱਥੇ ਹੀ ਦੂਜੇ ਪਾਸੇ ਪ੍ਰਾਈਵੇਟ ਸਕੂਲ ਦਾ ਕਾਟਲ ਇਸ ਨੂੰ ਆਮ ਇਨਸਾਨ ਦੇ ਹੱਥੋਂ ਦੂਰ ਕਰਨ ਵਿੱਚ ਲੱਗਿਆ ਹੋਇਆ ਹੈ। ਲੋੜ ਹੈ ਸਹੀ ਕਦਮ ਉਠਾਉਣ ਦੀ, ਨਹੀਂ ਤਾਂ ਸਿੱਖਿਆ ਵੀ ਇਲੀਟ ਗਰੁੱਪ ਦਾ ਹਿੱਸਾ ਬਣ ਕੇ ਰਹਿ ਜਾਵੇਗੀ ਤੇ ਆਮ ਇਨਸਾਨ ਨੂੰ ਇਸ ਲਈ ਵੀ ਜੱਦੋ-ਜਹਿਦ ਕਰਨੀ ਪਵੇਗੀ। ਕੈਮਰਾ ਪਰਸਨ ਹਰਦੀਪ ਦੁਆ ਤੇ ਦੀਪਕ ਹੰਸਪਾਲ ਦੇ ਨਾਲ ਲਲਿਤ ਸ਼ਰਮਾ, PTC ਨਿਊਜ਼, ਚੰਡੀਗੜ੍ਹ।